जी स्टूडेंट्स, ਅੱਜ ਦੀ ਜੋ ਵੀਡੀਓ ਹੈ ਇਸ ਦੇ ਵਿੱਚ ਆਪਾਂ ਕੈਮੀਕਲ ਕਾਈਨੈਟਿਕਸ ਦੇ ਕੁਝ ਕੁਐਸਚਨਸ ਕਰਾਂਗੇ। ਕੁਝ ਇਹੋ ਜਿਹੇ ਨਿਊਮੈਰੀਕਲਸ ਜੋ ਅਕਸਰ ਹੀ ਜੇਈ ਦੇ ਐਗਜ਼ਾਮਸ ਦੇ ਵਿੱਚ ਪੁੱਛੇ ਜਾਂਦੇ ਨੇ। ਤਾਂ ਕੈਮੀਕਲ ਕਾਈਨੈਟਿਕਸ ਜੋ ਹੈ ਉਸ ਦਾ ਐਗਜ਼ਾਮ ਜੋ ਹੈ ਹੋ ਕੇ ਹਟਿਆ ਹੈ, ਤਾਂ ਤੁਹਾਡੀ ਰਿਵੀਜ਼ਨ ਹੋਈ ਵੀ ਹੈ। ਹੁਣ ਆਪਾਂ ਇਸ ਰਿਵੀਜ਼ਨ ਨੂੰ ਥੋੜਾ ਜਿਹਾ ਐਡਵਾਂਸ ਲੈਵਲ ਦੇ ਉੱਪਰ ਲੈ ਕੇ ਜਾਂਦੇ ਆ ਤਾਂ ਕਿ ਆਪਾਂ ਨੂੰ ਜੇਈ ਦੇ ਕੁਐਸਚਨਸ ਜੋ ਹੈ ਕਰਨ ਦੇ ਵਿੱਚ ਹੈਲਪ ਹੋ ਸਕੇ। ਠੀਕ ਹੈ, ਤਾਂ ਬੜੀ ਆਸਾਨੀ ਦੇ ਨਾਲ ਬੜੇ ਹੀ ਸ਼ਾਰਟ ਟਾਈਮ ਦੇ ਵਿੱਚ ਕਿਸ ਤਰੀਕੇ ਨਾਲ ਆਪਾਂ ਇਹਨਾਂ ਕੁਐਸਚਨਸ ਨੂੰ ਕਰ ਸਕਦੇ ਹਾਂ ਤਾਂ ਉਹ ਤੁਸੀਂ ਦੇਖਣਾ ਹੈ। ਠੀਕ ਹੈ, ਅੱਜ ਜੋ ਹੈ ਮੈਂ ਪਹਿਲਾਂ ਇਨੀਸ਼ੀਅਲ ਰੇਟ ਮੈਥਡ ਤੋਂ ਆਪਾਂ ਸਟਾਰਟ ਕਰਦੇ ਹਾਂ। ਕੁਝ ਇਸ ਤਰ੍ਹਾਂ ਦੇ ਨਿਊਮੈਰੀਕਲਸ ਜਿਸ ਦੇ ਵਿੱਚ ਆਪਾਂ ਨੂੰ ਇੱਕ ਕੈਮੀਕਲ ਰਿਐਕਸ਼ਨ ਜੋ ਦਿੱਤੀ ਹੋਈ ਹੈ, ਕੁਝ ਐਕਸਪੈਰੀਮੈਂਟਸ ਦਿੱਤੇ ਹੋਏ ਆ, 1 2 3 ਟਾਈਮਸ ਐਕਸਪੈਰੀਮੈਂਟ ਕੀਤਾ ਗਿਆ। NO ਦੀ ਕਨਸੈਂਟ੍ਰੇਸ਼ਨ ਹੈ, Br2 ਦੀ ਕਨਸੈਂਟ੍ਰੇਸ਼ਨ ਹੈ, ਰੇਟ ਆਫ ਰਿਐਕਸ਼ਨ ਹਰ ਵਾਰ ਦਿੱਤੀ ਹੋਈ ਹੈ ਆਪਾਂ ਨੂੰ। ਤਾਂ ਆਪਾਂ ਇਨੀਸ਼ੀਅਲ ਰੇਟ ਮੈਥਡ ਲਗਾ ਕੇ ਇਸ ਦਾ ਆਰਡਰ ਫਾਈਂਡ ਆਊਟ ਕਰਦੇ ਸੀ। ਕਾਫੀ ਲੈਂਥੀ ਨਿਊਮੈਰੀਕਲ ਇਹ ਬਣਦਾ ਸੀਗਾ ਆਪਣੇ ਕੋਲੇ, ਹੈ ਨਾ, 1.5 ਪੇਜ ਤੱਕ ਦਾ ਇਹ ਸੋਲੂਸ਼ਨ ਬਣਦਾ ਸੀ ਆਪਣੇ ਕੋਲੇ, ਤੇ ਫਿਰ ਜਾ ਕੇ ਆਪਾਂ ਇਸ ਦਾ ਆਨਸਰ ਫਾਈਂਡ ਆਊਟ ਕਰ ਸਕਦੇ ਸੀ। ਬਟ ਹੁਣ ਆਪਾਂ ਕੀ ਕਰਨਾ ਹੈ, ਹੁਣ ਬਿਲਕੁਲ ਵਿਦਿਨ 2 ਮਿੰਟਸ ਜੋ ਹੈ ਆਪਾਂ ਨੇ ਇਸ ਦਾ ਆਨਸਰ ਜੋ ਹੈ ਉਹ ਫਾਈਂਡ ਆਊਟ ਕਰ ਲੈਣਾ ਹੈ। ਠੀਕ ਹੈ, ਬੜੇ ਹੀ ਸ਼ਾਰਟ ਟਾਈਮ ਦੇ ਵਿੱਚ ਆਪਾਂ ਆਨਸਰ ਫਾਈਂਡ ਆਊਟ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਆਪਣਾ ਕੁਐਸਚਨ ਕੀ ਹੈ ਕਿ ਆਪਾਂ ਨੂੰ ਜੋ ਇਹ ਡਾਟਾ ਦਿੱਤਾ ਹੋਇਆ ਹੈ, ਇਸ ਡਾਟੇ ਦੇ ਅਕੋਰਡਿੰਗ ਰਿਐਕਸ਼ਨ ਦਾ ਆਰਡਰ ਆਪਾਂ ਨੇ ਫਾਈਂਡ ਆਊਟ ਕਰਨਾ ਹੈ। ਤਾਂ ਆਰਡਰ ਆਪਾਂ ਕਿਵੇਂ ਫਾਈਂਡ ਆਊਟ ਕਰਾਂਗੇ? ਰੇਟ ਆਫ ਰਿਐਕਸ਼ਨ ਤੋਂ ਫਾਈਂਡ ਆਊਟ ਹੁੰਦਾ ਹੈ। ਰੇਟ ਆਫ ਰਿਐਕਸ਼ਨ ਇਜ਼ ਇਕੁਅਲ ਟੂ K ਇਨਟੂ ਕਨਸੈਂਟ੍ਰੇਸ਼ਨ ਆਫ ਰਿਐਕਟੈਂਟਸ। ਰਿਐਕਟੈਂਟਸ ਕਿਹੜੇ ਹੈ? NO ਇਨਟੂ ਕਨਸੈਂਟ੍ਰੇਸ਼ਨ ਆਫ Br2। अच्छा, NO ਦੀ ਜੋ ਕਨਸੈਂਟ੍ਰੇਸ਼ਨ ਹੈ that is X, Br2 ਦੀ ਕਨਸੈਂਟ੍ਰੇਸ਼ਨ Y। ਨਾਓ ਵਾਟ ਇਜ਼ ਆਰਡਰ? ਆਰਡਰ ਦਾ ਮਤਲਬ ਕੀ ਹੁੰਦਾ ਹੈ? ਆਰਡਰ ਇਜ਼ ਇਕੁਅਲ ਟੂ X plus Y। ਠੀਕ ਹੈ, ਆਰਡਰ ਤਾਂ ਇਹੀ ਹੁੰਦਾ X plus Y। ਤਾਂ ਹੁਣ ਆਪਾਂ ਨੇ X ਤੇ Y ਦੀ ਵੈਲਿਊ ਸਿੰਪਲੀ ਫਾਈਂਡ ਆਊਟ ਕਰਨੀ ਹੈ ਇਸ ਡਾਟਾ ਦੇ ਵਿੱਚੋਂ। ਤਾਂ ਆਪਾਂ ਕਿਵੇਂ ਕਰਾਂਗੇ ਦੇਖੋ। ਤਾਂ ਬੜਾ ਸਿੰਪਲ ਜਿਹਾ ਕੰਮ ਕਰਨਾ ਹੈ, ਤੁਸੀਂ ਇਸ ਡਾਟੇ ਨੂੰ ਥੋੜਾ ਜਿਹਾ ਕੇਅਰਫੁਲੀ ਐਨਾਲਾਈਜ਼ ਕਰਨਾ ਹੈ। ਜਿਵੇਂ ਆਪਾਂ ਇਨੀਸ਼ੀਅਲ ਰੇਟ ਮੈਥਡ ਚ ਕਰਦੇ ਹੁੰਦੇ ਸੀ, ਆਪਾਂ ਰੇਟ 1 ਲਿਖਦੇ ਸੀ, ਰੇਟ 2 ਲਿਖਦੇ ਸੀ, ਰੇਟ 3 ਲਿਖਦੇ ਸੀ, ਅਲੱਗ-ਅਲੱਗ ਐਕਸਪੈਰੀਮੈਂਟ ਦੀ, ਹੈ ਨਾ। NO ਦੀਆਂ ਵੈਲਿਊਜ਼ ਪੁੱਟ ਕਰਦੇ ਸੀ, Br2 ਦੀਆਂ ਵੈਲਿਊਜ਼ ਪੁੱਟ ਕਰਦੇ ਸੀ, ਫਿਰ ਸੋਲੂਸ਼ਨ ਕਰਦੇ ਸੀ। ਆਪਾਂ ਨੂੰ ਇੰਨੀ ਦੂਰ ਤੱਕ ਜਾਣ ਦੀ ਜ਼ਰੂਰਤ ਨਹੀਂ ਹੈ। ਬੜਾ ਸਿੰਪਲ, ਡਾਟੇ ਨੂੰ ਥੋੜਾ ਜਿਹਾ ਕੇਅਰਫੁਲੀ ਐਨਾਲਾਈਜ਼ ਕਰਨਾ ਹੈ। ਥੋੜੀ ਜਿਹੀ ਕੈਲਕੂਲੇਸ਼ਨ ਤੁਹਾਡੀ ਫਾਸਟ ਹੋਣੀ ਚਾਹੀਦੀ ਹੈ, ਬੜੇ ਈਜ਼ੀਲੀ ਇਹ ਨਿਊਮੈਰੀਕਲ ਸੋਲਵ ਹੋ ਜਾਣਗੇ। ਤਾਂ ਦੇਖੋ ਕਿਵੇਂ ਹੋਏਗਾ। ਤਾਂ ਸਭ ਤੋਂ ਪਹਿਲਾਂ ਆਪਾਂ NO ਦਾ ਆਰਡਰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। X ਦੀ ਵੈਲਿਊ ਆਪਾਂ ਨੇ ਫਾਈਂਡ ਆਊਟ ਕਰਨੀ ਹੈ। ਠੀਕ ਹੈ, ਤਾਂ X ਦੀ ਵੈਲਿਊ ਆਪਾਂ ਕਿਵੇਂ ਫਾਈਂਡ ਆਊਟ ਕਰਾਂਗੇ ਦੇਖੋ। ਤੁਸੀਂ ਬ੍ਰੋਮੀਨ ਦੀ ਕਨਸੈਂਟ੍ਰੇਸ਼ਨ ਸੇਮ ਫਾਈਂਡ ਆਊਟ ਕਰੋ। ਇਹ ਡਾਟੇ ਨੂੰ ਚੰਗੀ ਤਰ੍ਹਾਂ ਐਨਾਲਾਈਜ਼ ਕਰੋ ਕਿ ਕੋਈ ਇਹੋ ਜਿਹਾ ਡਾਟਾ ਫਾਈਂਡ ਆਊਟ ਕਰੋ ਜਿਸ ਦੇ ਵਿੱਚ ਬ੍ਰੋਮੀਨ ਦੀ ਕਨਸੈਂਟ੍ਰੇਸ਼ਨ ਚੇਂਜ ਨਹੀਂ ਹੋਈ। ਠੀਕ ਹੈ, ਤਾਂ ਜਿਵੇਂ ਹੁਣ ਫਰਸਟ ਤੇ ਸੈਕੰਡ ਐਕਸਪੈਰੀਮੈਂਟ ਦੇ ਵਿੱਚ ਦੇਖੋ ਬ੍ਰੋਮੀਨ ਦੀ ਕਨਸੈਂਟ੍ਰੇਸ਼ਨ ਸੇਮ ਹੈ, 0.10 0.10। ਇਸ ਦਾ ਮਤਲਬ ਬ੍ਰੋਮੀਨ ਦਾ ਜੋ ਫੈਕਟਰ ਹੈ ਉਹ ਆਪਾਂ ਨੇ ਐਕਸਕਲੂਡ ਕਰਤਾ, ਬਾਹਰ ਕੱਢਤਾ। ਹੁਣ ਬ੍ਰੋਮੀਨ ਦੀ ਕਨਸੈਂਟ੍ਰੇਸ਼ਨ ਤਾਂ ਸੇਮ ਹੈ, NO ਦੀ ਕਨਸੈਂਟ੍ਰੇਸ਼ਨ ਦੇਖੋ ਕੀ ਫਰਕ ਪੈ ਰਿਹਾ, 0.10 ਤੋਂ 0.20 ਹੋ ਗਈ। ਸਿੰਪਲੀ ਇਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਜੋ NO ਦੀ ਕਨਸੈਂਟ੍ਰੇਸ਼ਨ ਹੈ ਉਹ ਡਬਲ ਹੋ ਗਈ। ਡਬਲ ਹੋ ਗਈ ਨਾ, ਤਾਂ ਹੁਣ ਤੁਸੀਂ ਕੀ ਕਰੋ, ਇੱਥੇ ਸਿਰਫ ਡਬਲ ਪੁੱਟ ਕਰ ਦਿਓ। ਡਬਲ ਮੀਨਸ ਕਿ 2 ਟਾਈਮਸ ਆਫ NO, 2 ਟਾਈਮਸ ਆਫ NO ਰੇਜ਼ ਟੂ ਪਾਵਰ X, Br2 ਰੇਜ਼ ਟੂ ਪਾਵਰ Y। ठीक है, 2 टाइम्स ऑफ NO लिखता क्योंकि रेट ऑफ रिएक्शन डबल हुई सीगी, तो आप 2 टाइम्स लिखता। इथे सेम सीगी, इथे सेम ही लिखिया ਆਪਾਂ ਨੇ, कोई चेंज नहीं किया। हाँ जी, ਜਦੋਂ रेट ऑफ रिएक्शन ਜਦੋਂ ਕੰਸੈਂਟ੍ਰੇਸ਼ਨ NO ਦੀ ਕੰਸੈਂਟ੍ਰੇਸ਼ਨ ਡਬਲ ਹੋ ਗਈ ਤਾਂ ਉਦੋਂ ਰੇਟ ਆਫ ਰਿਐਕਸ਼ਨ ਨੂੰ ਕੀ ਫਰਕ ਪਿਆ ਹੈ? ਥੋੜਾ ਜਿਹਾ ਇਸ ਨੂੰ ਐਨਾਲਾਈਜ਼ ਕਰੋ। ਰੇਟ ਆਫ ਰਿਐਕਸ਼ਨ ਨੂੰ ਕੀ ਫਰਕ ਪਿਆ? ਦੇਖੋ ਇਹ 1.3 into 10 raised to power -6 ਤੋਂ ਲੈ ਕੇ 5.2 into 10 raised to power -6 ਹੋ ਗਈ। ਤਾਂ ਸਿੰਪਲੀ ਇਹ ਕੀ ਹੋ ਰਿਹਾ ਹੈ? इट इज इंक्रीजिंग बाय 4 टाइम्स। रेट ऑफ रिएक्शन कितने टाइम्स इंक्रीज कर गई? 4 टाइम्स इंक्रीज कर गई। ठीक है, तो की हो रहा है, ਜਦੋਂ NO ਦੀ ਕਨਸੈਂਟ੍ਰੇਸ਼ਨ ਡਬਲ ਕੀਤੀ, ਰੇਟ ਆਫ ਰਿਐਕਸ਼ਨ 4 ਟਾਈਮਸ ਇੰਕਰੀਜ਼ ਕਰ ਗਈ। ਤਾਂ ਹੁਣ ਤੁਸੀਂ ਕੀ ਕਰੋ, ਤੁਸੀਂ X ਦੀ ਵੈਲਿਊ ਕੁਝ ਇਹੋ ਜਿਹੀ ਪੁੱਟ ਕਰੋ ਤਾਂ ਕਿ ਜੋ ਇਹ ਫੈਕਟਰ ਹੈ 4 ਟਾਈਮਸ ਹੋ ਜਾਏ। ਹੁਣ 2 ਦੀ ਪਾਵਰ ਕਿੰਨਾ ਲਓਗੇ ਤਾਂ ਕਿ ਇਹਦਾ ਆਨਸਰ 4 ਆ ਜਾਏ? ਸਿੰਪਲ ਜੀ ਗੱਲ ਹੈ। NO ਦੀ ਪਾਵਰ ਕਿੰਨੀ ਲੈਣੀ ਪਏਗੀ ਆਪਾਂ ਨੂੰ? 2 ਲੈਣੀ ਪਏਗੀ। ਠੀਕ ਹੈ, ਬ੍ਰੋਮੀਨ ਤਾਂ ਆਪਾਂ ਨੇ ਕਾਊਂਟ ਹੀ ਨਹੀਂ ਕਰਨਾ, ਬ੍ਰੋਮੀਨ ਤਾਂ ਛੋੜ ਦਿਓ। NO ਦੀ ਪਾਵਰ ਕਿੰਨੀ ਲੈਣੀ ਪਏਗੀ? 2 ਲੈਣੀ ਪਏਗੀ। ਜਦੋਂ ਤੁਸੀਂ ਇੱਥੇ 2 ਲਓਗੇ ਪਾਵਰ, ਤਾਂ 2 ਦੀ ਪਾਵਰ 2 ਕਿੰਨਾ ਆ ਜਾਏਗਾ? 4 ਟਾਈਮਸ। 4 ਟਾਈਮਸ ਆਫ K, ਇੱਥੇ ਰਹਿ ਗਿਆ NO ਰੇਜ਼ ਟੂ ਪਾਵਰ 2, Br2 ਰੇਜ਼ ਟੂ ਪਾਵਰ Y। ਠੀਕ ਹੈ, ਤਾਂ ਹੁਣ ਰੇਟ ਆਫ ਰਿਐਕਸ਼ਨ ਕਿੰਨੇ ਟਾਈਮਸ ਹੋ ਗਈ? 4 ਟਾਈਮਸ ਹੋ ਗਈ। ਇੱਥੇ ਆਪਾਂ ਨੇ ਚੈੱਕ ਕਰ ਲਿਆ ਕਦੋਂ 4 ਟਾਈਮਸ ਹੋਈ? ਜਦੋਂ X ਦੀ ਵੈਲਿਊ ਕਿੰਨੀ ਸੀਗੀ? 2 ਆਈ ਹੈ। ਠੀਕ ਹੈ, ਤਾਂ ਸਿੰਪਲੀ ਜੋ X ਦੀ ਵੈਲਿਊ ਹੈ ਉਹ ਤੁਹਾਡੇ ਕੋਲੇ ਕਿੰਨੀ ਆ ਗਈ? 2 ਆ ਗਈ। ਹੁਣ ਇਸੇ ਤਰੀਕੇ ਨਾਲ ਆਪਾਂ Y ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਠੀਕ ਹੈ, ਇੱਕ ਦੋ ਨਿਊਮੈਰੀਕਲਸ ਥੋੜਾ ਜਿਹਾ ਟਰਾਈ ਕਰੋ, ਫਿਰ ਆਸਾਨੀ ਨਾਲ ਇਹ ਤੁਹਾਡੇ ਮਤਲਬ ਜਦੋਂ ਹੈਂਡ ਤੇ ਚੜ ਗਈ, ਠੀਕ ਹੈ, ਮਾਈਂਡ ਦੇ ਵਿੱਚ ਆ ਗਿਆ, ਕਨਸੈਪਟ ਸਮਝ ਆ ਗਿਆ, ਫਿਰ 1-2 ਮਿੰਟ ਦੇ ਵਿੱਚ ਇਹ ਸੋਲਵ ਹੋ ਜਾਣਗੇ ਸਾਰੇ। ਅੱਛਾ, ਹੁਣ Y ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਹੁਣ Y ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਤਾਂ ਮਤਲਬ ਬ੍ਰੋਮੀਨ ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਨਾ। ਤਾਂ ਉਸ ਦੇ ਲਈ ਤੁਸੀਂ ਕੀ ਕਰੋ, ਤੁਸੀਂ NO ਦੀ ਕਨਸੈਂਟ੍ਰੇਸ਼ਨ ਕੋਈ ਇਹੋ ਜਿਹਾ ਡਾਟਾ ਲੱਭੋ ਜਿੱਥੇ NO ਦੀ ਕਨਸੈਂਟ੍ਰੇਸ਼ਨ ਸੇਮ ਹੈ। ਤਾਂ ਹੁਣ ਇੱਥੇ ਦੇਖੋ NO ਦੀ ਕਨਸੈਂਟ੍ਰੇਸ਼ਨ ਸੇਮ ਹੈ,
0.20 है, ठीक है। अच्छा, NO ਦੀ ਕੰਸੈਂਟ੍ਰੇਸ਼ਨ ਦਾ ਫੈਕਟਰ ਖਤਮ ਹੋ ਗਿਆ, K into NO ਦੀ ਕੰਸੈਂਟ੍ਰੇਸ਼ਨ, ਇਸ ਦਾ ਆਰਡਰ ਤਾਂ ਆਪਾਂ ਨੂੰ ਪਤਾ ਲੱਗ ਹੀ ਗਿਆ, 2 ਹੈ ਤਾਂ ਇੱਥੇ 2 ਲਿਖ ਸਕਦੇ ਹੋ ਤੁਸੀਂ। ਅੱਛਾ, Br2 ਦੀ ਪਾਵਰ ਆਪਾਂ ਨੇ ਲਿਖਣੀ ਹੈ y, ਹੈ ਨਾ। ਤਾਂ ਹੁਣ ਦੇਖੋ ਤੁਸੀਂ ਧਿਆਨ ਨਾਲ ਥੋੜਾ ਜਿਹਾ, ਜਦੋਂ NO ਕੰਸੈਂਟ੍ਰੇਸ਼ਨ ਸੇਮ ਹੈ ਤਾਂ ਬ੍ਰੋਮੀਨ ਦੀ ਕੰਸੈਂਟ੍ਰੇਸ਼ਨ ਨੂੰ ਕੀ ਫਰਕ ਪੈ ਰਿਹਾ ਹੈ, ट्रिपल होगी, 0.10 तो 0.30 चली गई, इट मींस इट इज इंक्रीज बाय 3 टाइम्स। तो ब्रोमीन की कंसंट्रेशन 3 टाइम्स बता दो, ठीक है, इतने 3 टाइम्स लिखता। ਜਦੋਂ ब्रोमीन की कंसंट्रेशन 3 टाइम्स इंक्रीज कर गई तो रेट ऑफ रिएक्शन ਨੂੰ ਕੀ ਫਰਕ ਪੈ ਰਿਹਾ ਹੈ, ਇਹ ਦੇਖੋ। ਹਾਂਜੀ, रेट ऑफ रिएक्शन ये 5.2 into 10 raised to power -6 है, ये 1.56 into 10 raised to power -5 है। इसको मैं लिखना 15.6 into 10 raised to power -6, ठीक है। आप फैक्टर कॉमन कर लिया मैंने 10 raised to power -6 वाला। तो हुन की हो रहा है, 5.2 तो 15.6 चला गया, मतलब कितने टाइम्स इंक्रीज कर गया, 3 टाइम्स, ठीक है। तो हुन सिंपल है, ਤੁਸੀਂ ਇੱਥੇ y ਦੀ ਵੈਲਿਊ ਇਹੋ ਜੀ ਪੁੱਟ ਕਰਨੀ ਹੈ ਤਾਂ ਕਿ ਇਹ ਜੋ ਰੇਟ ਆਫ ਰਿਐਕਸ਼ਨ ਹੈ ਇਹ ਕਿੰਨੇ ਟਾਈਮਸ ਇਨਕਰੀਜ਼ ਕਰ ਜੇ, 3 ਟਾਈਮਸ ਇਨਕਰੀਜ਼ ਕਰ ਜੇ, ਠੀਕ ਹੈ। ਤਾਂ ਹੁਣ ਕਦੋਂ ਆਏਗਾ ਇੱਥੇ, ਜਦੋਂ ਤੁਸੀਂ ਇੱਥੇ Br2 ਦੀ ਪਾਵਰ ਕਿੰਨਾ ਲਿਖੋਗੇ, 1, ਕਿਉਂਕਿ 3 raised to power 1 ਕਿੰਨਾ ਆ ਜਾਏਗਾ, 3 ਆ ਜਾਏਗਾ, ठीक है। तो इसका मतलब रेट ऑफ रिएक्शन 3 टाइम्स इंक्रीज कर गई, कदों, जदों तुसी y दी वैल्यू कितनी पुट कीती है, 1 पुट कीती है। तो इसका मतलब y दी वैल्यू 1 तो ऑर्डर कितना आ गया, 3। बड़ा सिंपल सा काम है, ठीक है। कुछ और ट्राई करते हैं आप। हाँ जी, ਹੁਣ नेक्स्ट न्यूमेरिकल है, बिल्कुल सेम न्यूमेरिकल है। एक रिएक्शन दी है A plus B to form C plus 2D, ठीक है। तो ਹੁਣ A ਦੀ ਕੰਸੈਂਟ੍ਰੇਸ਼ਨ ਹੈ, B ਦੀ ਕੰਸੈਂਟ੍ਰੇਸ਼ਨ ਹੈ, ਰੇਟ ਆਫ ਰਿਐਕਸ਼ਨਸ ਆਪਾਂ ਨੂੰ ਗਿਵਨ ਹੈ। ਤਾਂ ਬਿਲਕੁਲ ਸੇਮ ਵੇ ਦੇ ਵਿੱਚ ਆਪਾਂ ਨੇ ਆਰਡਰ ਆਫ ਰਿਐਕਸ਼ਨ ਫਾਈਂਡ ਆਊਟ ਕਰਨਾ ਹੈ। ਤਾਂ ਕਿਵੇਂ ਕਰਾਂਗੇ, ਦੇਖੋ, ਰੇਟ ਆਫ ਰਿਐਕਸ਼ਨ ਕਿਸ ਦੇ ਬਰਾਬਰ ਹੋਏਗੀ, that will be equal to K into concentration of A into concentration of B raised to power X raised to power Y। ਤਾਂ ਆਰਡਰ will be equal to X plus Y। ਤਾਂ ਹੁਣ ਆਪਾਂ ਨੇ X and Y ਦੀ ਵੈਲਿਊ ਫਾਈਂਡ ਆਊਟ ਕਰਨੀ ਹੈ, ਬਿਲਕੁਲ ਸੇਮ ਵੇ ਦੇ ਵਿੱਚ। ਤਾਂ ਹੁਣ ਤੁਸੀਂ ਡਾਟਾ ਨੂੰ ਐਨਾਲਾਈਜ਼ ਕਰਨਾ ਹੈ। ਡਾਟਾ ਨੂੰ ਕਿਵੇਂ ਦੇਖੋਗੇ, ਤੁਸੀਂ ਸਪੋਜ਼ ਕਰੋ ਕਿ B ਦੀ ਕੰਸੈਂਟ੍ਰੇਸ਼ਨ ਸੇਮ ਰੱਖ ਲਈ, B ਦੀ ਕੰਸੈਂਟ੍ਰੇਸ਼ਨ ਸੇਮ ਰੱਖ ਲਈ, ਹੁਣ A ਦੀ ਕੰਸੈਂਟ੍ਰੇਸ਼ਨ ਚੇਂਜ ਹੋ ਰਹੀ ਹੈ, ਠੀਕ ਹੈ। ਪਹਿਲਾਂ ਇੱਕ ਚੀਜ਼ ਇਹ ਜ਼ਰੂਰੀ ਹੈ ਕਿ ਇੱਕ ਦੀ ਕੰਸੈਂਟ੍ਰੇਸ਼ਨ ਸੇਮ ਹੋਵੇ ਤੇ ਦੂਸਰੇ ਨੂੰ ਚੇਂਜ ਕੀਤਾ ਗਿਆ ਹੋਵੇ, ਹੈ ਨਾ। ਇਹ ਡਾਟਾ ਫਾਈਂਡ ਆਊਟ ਕਰਨਾ ਹੈ। ਤਾਂ B ਦੀ ਕੰਸੈਂਟ੍ਰੇਸ਼ਨ ਸੇਮ ਹੈ, A ਦੀ ਕੰਸੈਂਟ੍ਰੇਸ਼ਨ ਤੁਸੀਂ ਦੇਖੋ ਕੀ ਫਰਕ ਪੈ ਰਿਹਾ, 0.4 ਤੋਂ 0.8 ਹੋ ਗਿਆ, मतलब A ਦੀ ਕੰਸੈਂਟ੍ਰੇਸ਼ਨ ਡਬਲ ਹੋ ਗਈ, ਠੀਕ ਹੈ। ਹੁਣ ਤੁਸੀਂ ਕੀ ਦੇਖਣਾ ਹੈ, ਤੁਸੀਂ x ਦੀ ਵੈਲਿਊ ਫਾਈਂਡ ਆਊਟ ਕਰਨੀ ਹੈ, ਠੀਕ ਹੈ। ਤਾਂ ਕਿਵੇਂ ਹੋਏਗੀ, ਜਦੋਂ A ਦੀ ਕੰਸੈਂਟ੍ਰੇਸ਼ਨ ਡਬਲ ਕੀਤੀ, ਰੇਟ ਆਫ ਰਿਐਕਸ਼ਨ ਨੂੰ ਕੀ ਫਰਕ ਪਿਆ, ਕੋਈ ਫਰਕ ਨਹੀਂ ਪਿਆ। 5.5 into 10 raised to power -4, 5.5 into 10 raised to power -4, ਇਹ ਤਾਂ ਸੇਮ ਹੀ ਹੈ ਨਾ। ਤਾਂ ਹੁਣ ਤੁਸੀਂ ਕੀ ਕਰਨਾ ਹੈ, ਤੁਸੀਂ ਕੁਝ ਇਹੋ ਜੀ ਵੈਲਿਊ ਪੁੱਟ ਕਰਨੀ ਹੈ x ਦੀ ਜਗ੍ਹਾ ਤੇ ਜਿਸ ਦੇ ਨਾਲ ਅਗਰ ਮੈਂ ਇੱਥੇ ਕੰਸੈਂਟ੍ਰੇਸ਼ਨ ਡਬਲ ਵੀ ਕਰਦਾ ਤਾਂ ਵੀ ਰੇਟ ਆਫ ਰਿਐਕਸ਼ਨ ਨੂੰ ਕੋਈ ਫਰਕ ਨਾ ਪਵੇ, ਠੀਕ ਹੈ। नो चेंज इन रेट ऑफ रिएक्शन आवे। तो हुन कदों पॉसिबल है, 2A दी पावर कितना लिखो ताकि कोई भी फैक्टर बाहर ना निकले, सिंपल है, 0 लिख सकते हो क्योंकि 2 raised to power 0 करोगे तो 1 ही हुंदा, 2 raised to power 0 करोगे तो कितना हुंदा, 1। तो इसका मतलब ਜਦੋਂ मैं इथे 0 लिख दूंगा तो इथे कंसंट्रेशन डबल हुई है, ट्रिपल हुई है, 4 टाइम्स हुई है, उसमें कोई फर्क नहीं पड़ेगा, रेट ऑफ रिएक्शन विल बी सेम क्योंकि 2 raised to power 0 कितना आएगा, 1 आएगा। बड़ा सिंपल है, ठीक है। तो x की वैल्यू तो आप सिंपली आ गई अपने को 0। ਹੁਣ ਇਸੇ ਤਰੀਕੇ ਨਾਲ y ਫਾਈਂਡ ਆਊਟ ਕਰਨਾ ਹੈ, ਚਲੋ। ਅੱਛਾ, ਹੁਣ y ਕਿਵੇਂ ਫਾਈਂਡ ਆਊਟ ਕਰਾਂਗੇ, ਦੇਖੋ, ਹੁਣ y ਫਾਈਂਡ ਆਊਟ ਕਰਨ ਦੇ ਲਈ ਆਪਾਂ ਕੀ ਕਰਦੇ ਹਾਂ, ਆਪਾਂ ਕੋਸ਼ਿਸ਼ ਕਰਦੇ ਵੀ x ਸੇਮ ਰਵੇ, ਠੀਕ ਹੈ। x ਕਦੋਂ ਸੇਮ ਰਹੇਗੀ, ਦੇਖੋ, ਫਰਸਟ ਤੇ ਥਰਡ ਐਕਸਪੈਰੀਮੈਂਟ ਦੇਖੋ, A ਦੀ ਕੰਸੈਂਟ੍ਰੇਸ਼ਨ ਸੇਮ ਹੈ, 0.4 0.4, ਹੈ ਨਾ। ਤਾਂ A ਦੀ ਕੰਸੈਂਟ੍ਰੇਸ਼ਨ ਨਾਲ ਤਾਂ ਕੋਈ ਫਰਕ ਨਹੀਂ ਪੈ ਰਿਹਾ, ਇਹਦਾ ਆਰਡਰ ਵੀ 0 ਹੈ, ਆਪਾਂ ਨੂੰ ਪਤਾ ਲੱਗ ਗਿਆ। ਅੱਛਾ, B ਦਾ, ਜਦੋਂ A ਦੀ ਕੰਸੈਂਟ੍ਰੇਸ਼ਨ ਸੇਮ ਰੱਖ ਰਹੇ ਹਾਂ ਤਾਂ B ਦੀ ਕੰਸੈਂਟ੍ਰੇਸ਼ਨ ਨੂੰ ਕੀ ਫਰਕ ਪੈ ਰਿਹਾ, B ਦੀ ਕੰਸੈਂਟ੍ਰੇਸ਼ਨ ਡਬਲ ਹੋ ਰਹੀ ਹੈ ਨਾ, 0.2 ਤੋਂ 0.4 ਚਲੀ ਗਈ, ਤਾਂ ਇਸ ਦਾ ਮਤਲਬ B ਦੀ ਕੰਸੈਂਟ੍ਰੇਸ਼ਨ ਆਪਾਂ ਨੇ ਡਬਲ ਕਰ ਦੇਣੀ ਹੈ, ਠੀਕ ਹੈ। ਹੁਣ ਰੇਟ ਆਫ ਰਿਐਕਸ਼ਨ ਨੂੰ ਕੀ ਫਰਕ ਪੈ ਰਿਹਾ, ਇੱਥੇ ਦੇਖੋ ਧਿਆਨ ਨਾਲ, 5.5 into 10 raised to power -4, 2.2 into 10 raised to power -3। ਇਸ ਨੂੰ ਵੀ ਅਗਰ ਮੈਂ -4 बनाना है तो इसमें मैं 22 लिख ਲਾਂ, ठीक है। ये बन जाएगा 22 into 10 raised to power -4। चलो, ਹੁਣ ਜਦੋਂ B ਦੀ ਕੰਸੈਂਟ੍ਰੇਸ਼ਨ ਡਬਲ ਕੀਤੀ ਤਾਂ ਰੇਟ ਆਫ ਰਿਐਕਸ਼ਨ ਨੂੰ ਕੀ ਫਰਕ ਪੈ ਰਿਹਾ, ਰੇਟ ਆਫ ਰਿਐਕਸ਼ਨ 5.5 ਤੋਂ 22 ਚਲੀ ਗਈ, मतलब 4 टाइम्स इंक्रीज कर गई। मल्टीप्लाई करके देख लो 5.5 ਨੂੰ 4 ਨਾਲ, 22 ਆਏਗਾ, ठीक है। ਤਾਂ ਹੁਣ ਕੀ ਹੋ ਗਿਆ ਕਿ ਰੇਟ ਆਫ ਰਿਐਕਸ਼ਨ ਡਬਲ ਕੀਤੀ, ਸੌਰੀ ਕੰਸੈਂਟ੍ਰੇਸ਼ਨ ਡਬਲ ਕੀਤੀ, B ਦੀ ਕੰਸੈਂਟ੍ਰੇਸ਼ਨ ਜਦੋਂ ਆਪਾਂ ਨੇ ਡਬਲ ਕੀਤੀ ਤਾਂ ਰੇਟ ਆਫ ਰਿਐਕਸ਼ਨ 4 ਟਾਈम्स ਹੋ ਗਈ। ਤਾਂ ਹੁਣ ਤੁਸੀਂ y ਦੀ ਵੈਲਿਊ, ਇੱਥੇ y ਦੀ ਵੈਲਿਊ ਕੁਝ ਇਸ ਤਰ੍ਹਾਂ ਪੁੱਟ ਕਰਨੀ ਹੈ ਤਾਂ ਕਿ ਬਾਹਰ ਜੋ ਹੈ 4 टाइम्स इंक्रीज कर जाए रेट ऑफ रिएक्शन, मतलब इतने 4 आ जाए, है ना। तो 4 किमें आएगा,
ਜਦੋਂ ਇੱਥੇ y ਦੀ ਪਾਵਰ ਤੁਸੀਂ ਕਿੰਨਾ ਲਿਖੋਗੇ, y ਦੀ ਜਗ੍ਹਾ ਤੇ ਕਿੰਨਾ ਲਿਖੋਗੇ 2 ਲਿਖੋਗੇ ਤਾਂ 2 ਰੇਜ਼ ਟੂ ਪਾਵਰ 2 ਕਿੰਨਾ ਹੁੰਦਾ 4 ਹੁੰਦਾ। ਠੀਕ ਹੈ, ਤਾਂ ਹੁਣ ਕੀ ਆਏਗਾ ਜਦੋਂ ਇੱਥੋਂ ਤੁਸੀਂ 2 ਰੇਜ਼ ਟੂ ਪਾਵਰ 2 ਬਾਹਰ ਕੱਢੋਗੇ ਤਾਂ ਇੱਥੇ 4 ਆ ਜਾਏਗਾ। ਇਸ ਦਾ ਮਤਲਬ ਕੀ ਹੈ ਕਿ ਜਦੋਂ ਤੁਸੀਂ y ਦੀ ਵੈਲਿਊ 2 ਪੁੱਟ ਕੀਤੀ ਤਾਂ ਰੇਟ ਆਫ ਫ੍ਰੈਕਸ਼ਨ ਜਿਹੜੀ ਹੈਗੀ ਹੈ ਉਹ ਤੁਹਾਡੀ 4 ਟਾਈਮਸ ਇਨਕਰੀਜ਼ ਕਰ ਗਈ। ਠੀਕ ਹੈ, ਤੇ ਇਹੀ ਚੀਜ਼ ਹੋ ਰਹੀ ਸੀ 4 ਟਾਈਮਸ ਇਨਕਰੀਜ਼ ਕਰ ਰਹੀ ਹੈ। ਠੀਕ ਹੈ, ਤਾਂ y ਦੀ ਵੈਲਿਊ ਕਿੰਨੀ ਆ ਗਈ ਤੁਹਾਡੇ ਕੋਲੇ 2 ਆ ਗਈ। ਤਾਂ ਹੁਣ बड़ा सिंपल है, ऑर्डर कितना आ गया 0 + 2 2 आ गया। ठीक है, विद रिस्पेक्ट टू a 0 आ गया, विद रिस्पेक्ट टू b 2 आ गया, टोटल भी 2 आ गया। इस तरीके नाल ਆਪਾਂ इस तरह ਦੇ जो न्यूमेरिकल्स है इसਨੂੰ बड़ी सिंपली एनालाइज करके ठीक है विद इन 2 मिनट्स जो है ਆਪਾਂ ਆਪਣਾ ਆਰਡਰ ਫਾਈंड ਆਊਟ ਕਰ ਸਕਦੇ ਹਾਂ। ਅੱਛਾ, ਹੋਰ न्यूमेरिकल ਆਪਾਂ ਇਸ ਦੇ ਟਰਾਈ ਕਰਦੇ ਹਾਂ। ਹਾਂਜੀ, ਨੈਕਸਟ न्यूमेरिकल ਦੇਖੋ, ਇਹ ਆਏ ਹੋਏ ਆ ਜੇਈ ਦੇ ਐਗਜ਼ਾਮਸ ਦੇ ਵਿੱਚ। ਠੀਕ ਹੈ, ਤਾਂ ਹੁਣ ਤੁਸੀਂ ਦੇਖੋ ਇਸ ਡਾਟਾ ਦੇ ਵਿੱਚ ਵੀ ਸੇਮ ਆਰਡਰ ਫਾਈंड ਆਊਟ ਕਰਨਾ, ਇੱਕ ਰਿਐਕਸ਼ਨ ਦਿੱਤੀ ਹੋਈ ਹੈ ਤਾਂ ਰਿਐਕਸ਼ਨ ਦੇ ਅਕੋਰਡਿੰਗ ਰੇਟ ਆਫ ਰਿਐਕਸ਼ਨ ਵਿਲ ਬੀ ਇਕੁਅਲ ਟੂ NH4 ਪੋਜ਼ਿਟਿਵ ਰੇਜ਼ ਟੂ ਪਾਵਰ x NO2 ਨੈਗੇਟਿਵ ਰੇਜ਼ ਟੂ ਪਾਵਰ y। ਠੀਕ ਹੈ, ਤਾਂ ਹੁਣ ਤੁਹਾਡੇ ਕੋਲ ਇਹ x ਤੇ y ਦੀ ਵੈਲਿਊਜ਼ ਜੋ ਹੈ ਉਹ ਆਪਾਂ ਨੇ ਫਾਈंड ਆਊਟ ਕਰਨੀ ਹੈ, ਜੋ ਆਰਡਰ ਹੈ ਉਹ ਆਪਾਂ ਨੇ ਫਾਈंड ਆਊਟ ਕਰਨਾ ਹੈ। ਤਾਂ ਕਿਵੇਂ ਕਰਾਂਗੇ ਦੇਖੋ, ਬਿਲਕੁਲ ਸੇਮ ਮੈਥਡ ਆਪਾਂ ਨੇ ਯੂਜ਼ ਕਰਨਾ ਹੈ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਕੀ ਕਰੀਏ, ਆਪਾਂ ਆ ਲੈ ਲੈਣੇ ਆ ਫਰਸਟ ਐਂਡ ਥਰਡ ਲੈ ਲੈਣੇ ਆ। ਠੀਕ ਹੈ, ਇਸ ਦੇ ਵਿੱਚ ਦੇਖੋ ਕੀ ਹੋ ਰਿਹਾ ਹੈ, ਅਮੋਨੀਅਮ ਆਇਨ ਜੋ ਹੈ NH4 ਪੋਜ਼ਿਟਿਵ ਉਸ ਦੀ ਕੰਸੈਂਟ੍ਰੇਸ਼ਨ ਸੇਮ ਹੈ। ਠੀਕ ਹੈ, ਇਸ ਦੀ ਕੰਸੈਂਟ੍ਰੇਸ਼ਨ ਦਾ ਸੇਮ ਰਹੇਗੀ, ਇਸ ਨੂੰ ਛੋੜ ਦਿਓ। ਹੁਣ y ਦੀ ਵੈਲਿਊ ਫਾਈंड ਆਊਟ ਕਰ ਲਾਂਗੇ ਮਤਲਬ ਆਪਾਂ। ਤਾਂ ਕਿਵੇਂ ਕਰਾਂਗੇ, ਜੋ NO2 ਦੀ ਕੰਸੈਂਟ੍ਰੇਸ਼ਨ ਹੈ ਉਹ ਹਾਫ ਰਹਿ ਰਹੀ ਹੈ। ਠੀਕ ਹੈ, ਧਿਆਨ ਨਾਲ ਦੇਖੋ NH4 ਦੀ ਕੰਸੈਂਟ੍ਰੇਸ਼ਨ ਸੇਮ ਹੈ ਤਾਂ x ਵਾਲਾ ਫੈਕਟਰ ਆਪਾਂ ਨੇ ਬਾਹਰ ਕੱਢਤਾ, ਇਸ ਨੂੰ ਛੋੜਤਾ, k ਰਹਿ ਗਿਆ ਇੱਥੇ ਲਿਖਣ ਵਾਲਾ। ਅੱਛਾ, NO2 ਦੀ ਕੰਸੈਂਟ੍ਰੇਸ਼ਨ ਦੇਖੋ 0.020 ਤੋਂ 0.010 ਰਹਿ ਗਈ, ਮਤਲਬ ਇਹ ਹਾਫ ਰਹਿ ਗਈ। ਠੀਕ ਹੈ, ਤਾਂ ਹੁਣ ਆਪਾਂ ਨੇ ਕੀ ਕੀਤਾ, ਇਸ ਨੂੰ ਤਾਂ ਸੇਮ ਰੱਖਿਆ ਤੇ NO2 ਨੈਗੇਟਿਵ ਦੀ ਜੋ ਕੰਸੈਂਟ੍ਰੇਸ਼ਨ ਹੈ ਉਹ ਆਪਾਂ ਨੇ ਹਾਫ ਕਰ ਲਈ। ਠੀਕ ਹੈ, ਹੁਣ ਜਦੋਂ ਇਸ ਦੀ ਕੰਸੈਂਟ੍ਰੇਸ਼ਨ ਹਾਫ ਕੀਤੀ, ਰੇਟ ਆਫ ਰਿਐਕਸ਼ਨ ਨੂੰ ਦੇਖੋ ਕੀ ਫਰਕ ਪੈ ਰਿਹਾ ਹੈ। ਰੇਟ ਆਫ ਰਿਐਕਸ਼ਨ ਜੋ ਹੈ ਉਸ ਨੂੰ ਕੀ ਫਰਕ ਪੈ ਰਿਹਾ ਹੈ, ਇਹ 1.4 ਟਾਈਮਸ ਹੋ ਗਈ। ठीक है, फोर्थ पार्ट पे रह गई है 0.020 तो 0.005 रह गई, मतलब 4 ਨਾਲ ਡਿਵਾਈਡ ਕਰੋਗੇ ਜਦੋਂ ਇਸ ਨੂੰ ਤਾਂ ਤੁਹਾਡੇ ਕੋਲੇ 0.005 ਆ ਜਾਏਗਾ, ਹੈ ਨਾ। ਤਾਂ 4 ਟਾਈਮਸ ਨਾਲ ਡਿਵਾਈਡ ਹੋਗੀ। ਤਾਂ ਹੁਣ ਤੁਸੀਂ ਕੀ ਕਰਨਾ ਹੈ, ਤੁਸੀਂ ਇੱਥੇ y ਦੀ ਵੈਲਿਊ ਕੁਝ ਇਸ ਤਰੀਕੇ ਨਾਲ ਪੁੱਟ ਕਰਨੀ ਹੈ ਤਾਂ ਕਿ ਆਹ ਜੋ ਫੈਕਟਰ ਹੈ 1.2 ਵਾਲਾ ਇਸ ਨੂੰ ਬਾਹਰ ਕੱਢ ਕੇ 1.4 ਬਚੇ। ਸਿੰਪਲ ਹੈ। ਤਾਂ ਹੁਣ ਤੁਸੀਂ ਦੇਖੋ ਜੇ ਇੱਥੇ 0 ਪੁੱਟ ਕਰੋਗੇ ਤਾਂ 1.2 ਦੀ ਪਾਵਰ ਤਾਂ 0 ਹੁੰਦਾ, ਤਾਂ 1.2 ਦੀ ਪਾਵਰ 0 ਤਾਂ 1 ਹੁੰਦਾ, ਤਾਂ ਫਿਰ ਤਾਂ ਕੋਈ ਫਰਕ ਨਹੀਂ ਪੈਣਾ। ਅਗਰ ਇੱਥੇ 1 ਪੁੱਟ ਕਰੋਗੇ ਤਾਂ ਵੀ ਬਾਹਰ 1.2 ਆਏਗਾ, ਆਪਾਂ ਨੂੰ ਚਾਹੀਦਾ ਕਿੰਨਾ 1.4। ਹੁਣ ਇੱਕੋ ਹੀ ਕੇਸ ਬਣਦਾ ਜਦੋਂ ਇੱਥੇ ਪਾਵਰ ਕਿੰਨਾ ਆਵੇ 2। ਸਿੰਪਲ ਹੈ। ਤਾਂ ਜਦੋਂ ਇੱਥੇ 2 ਪਾਵਰ ਪੁੱਟ ਕਰੋਗੇ ਤਾਂ 1.2 ਨੂੰ ਜਦੋਂ ਬਾਹਰ ਕੱਢੋਗੇ ਤਾਂ ਇਹ 1.4 ਟਾਈਮਸ ਬਣ ਜਾਏਗਾ। ਠੀਕ ਹੈ, ਬਾਕੀ ਸਾਰੀ ਰੇਟ ਆਫ ਰਿਐਕਸ਼ਨ ਤਾਂ ਸੇਮ ਹੈ, ਇਹ 1.4 ਟਾਈਮਸ ਬਣ ਜਾਏਗਾ। ਤਾਂ ਇਸ ਦਾ ਮਤਲਬ y ਦੀ ਵੈਲਿਊ ਕਿੰਨੀ ਆ ਰਹੀ ਹੈ 2 ਆ ਰਹੀ ਹੈ। ਤਾਂ ਆਰਡਰ ਵਿਦ ਰਿਸਪੈਕਟ ਟੂ NO2 ਤਾਂ 2 ਆ ਗਿਆ। ठीक है, y ਦੀ ਵੈਲਿਊ 2 ਆ ਗਈ। ਹੁਣ ਇਸੇ ਤਰੀਕੇ ਨਾਲ ਆਪਾਂ x ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਅਗਰ x ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਤਾਂ y ਵਾਲੀ ਟਰਮ ਕਾਂਸਟੈਂਟ ਰੱਖਣੀ ਪਏਗੀ, ਹੈ ਨਾ। ਹੁਣ y ਵਾਲੀ ਟਰਮ ਦੇਖੋ ਕਿੱਥੇ ਕਾਂਸਟੈਂਟ ਬਣ ਰਹੀ ਹੈ, ਇਹ ਰੱਬ ਕਰਦੀ ਆਪਾਂ। ਚਲੋ ਲਓ ਜੀ, ਦੇਖੋ ਹੁਣ ਆ y ਦੀ ਵੈਲਿਊ ਕਾਂਸਟੈਂਟ ਹੈ। ठीक है, ਇੱਥੇ ਆ ਮਤਲਬ NO2 ਨੈਗੇਟਿਵ ਦੀ ਕੰਸੈਂਟ੍ਰੇਸ਼ਨ ਸੇਮ ਹੈ, ਤਾਂ ਇਸ ਦਾ ਮਤਲਬ NO2 ਨੈਗੇਟਿਵ ਦਾ ਜੋ ਇਫੈਕਟ ਹੈ ਉਹ ਇਗਨੋਰ ਕਰਤਾ ਆਪਾਂ ਨੇ। ਹੁਣ ਜੋ ਵੀ ਚੇਂਜਸ ਆਣਗੇ ਦੈਟ ਵਿਲ ਬੀ ਡਿਊ ਟੂ NH4 ਪੋਜ਼ਿਟਿਵ। ਹੁਣ NH4 ਪੋਜ਼ਿਟਿਵ ਦੀ ਕੰਸੈਂਟ੍ਰੇਸ਼ਨ ਨੂੰ ਕੀ ਫਰਕ ਪੈ ਰਿਹਾ, ਇੱਥੇ ਦੇਖੋ 0.010 ਤੋਂ 0.015 ਹੋ ਗਈ, ਮਤਲਬ ਇਹ ਕਿੰਨੇ ਟਾਈਮਸ ਇਨਕਰੀਜ਼ ਕਰ ਗਈ 1.5 ਟਾਈਮਸ ਇਨਕਰੀਜ਼ ਕਰ ਗਈ, 1.5 ਟਾਈਮਸ। ਠੀਕ ਹੈ, 1.5 ਟਾਈਮਸ ਇਨਕਰੀਜ਼ ਕੀਤਾ ਨਾ, ਨਾਰਮਲੀ ਡਬਲ ਟ੍ਰਿਪਲ ਹੁੰਦੀ ਹੈ ਪਰ ਇੱਥੇ ਫ੍ਰੈਕਸ਼ਨਲ ਦੇ ਵਿੱਚ ਆ ਰਿਹਾ 1.5 ਟਾਈਮਸ ਇਨਕਰੀਜ਼ ਕਰ ਰਹੀ ਹੈ। ਚਲੋ ਕੋਈ ਗੱਲ ਨਹੀਂ, ਆਨਸਰ ਆ ਜਾਏਗਾ ਆਪਣਾ। 1.5 ਟਾਈਮਸ ਇਨਕਰੀਜ਼ ਕਰ ਗਈ, ਇਸ ਦਾ ਮਤਲਬ ਮੈਂ NH4 ਪੋਜ਼ਿਟਿਵ ਨੂੰ 1.5 ਨਾਲ ਮਲਟੀਪਲਾਈ ਕਰਤਾ 1.5 ਨਾਲ। ਠੀਕ ਹੈ, ਤਾਂ ਰੇਜ਼ ਟੂ ਪਾਵਰ x। ਠੀਕ ਹੈ, NO2 ਦੀ ਤਾਂ ਚਲੋ ਹੁਣ ਆਪਾਂ ਨੂੰ ਜ਼ਰੂਰਤ ਵੀ ਨਹੀਂ ਹੈ, ਵੈਸੇ ਤਾਂ ਆਰਡਰ 2 ਆ ਚੁੱਕਿਆ ਹੈ। ਚਲੋ ਹੁਣ 1.5 ਰੇਜ਼ ਟੂ ਪਾਵਰ x ਹੈ, x ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਆਪਾਂ ਨੇ। ਤਾਂ ਇਸ ਡਾਟਾ ਦੇ ਅਕੋਰਡਿੰਗ ਤੁਸੀਂ ਰੇਟ ਆਫ ਰਿਐਕਸ਼ਨ ਨੂੰ ਦੇਖੋ ਕੀ ਫਰਕ ਪੈ ਰਿਹਾ ਹੈ। ਜਦੋਂ NH4 ਪੋਜ਼ਿਟਿਵ ਦੀ ਕੰਸੈਂਟ੍ਰੇਸ਼ਨ 1.5 ਟਾਈਮਸ ਇਨਕਰੀਜ਼ ਕੀਤੀ ਤਾਂ ਰੇਟ ਆਫ ਰਿਐਕਸ਼ਨ ਨੂੰ ਕੀ ਫਰਕ ਪੈ ਰਿਹਾ ਹੈ, ਰੇਟ ਆਫ ਰਿਐਕਸ਼ਨ 0.020 ਤੋਂ 0.030 ਹੋ ਗਈ, ਮਤਲਬ ਇਹ ਵੀ 1.5 ਟਾਈਮਸ ਇਨਕਰੀਜ਼ ਕਰ ਗਈ। ਠੀਕ ਹੈ, ਤਾਂ ਹੁਣ ਆਪਾਂ ਕੀ ਕਰਨਾ ਹੈ, ਆਪਾਂ x ਦੀ ਵੈਲਿਊ ਕੁਝ ਇਹੋ ਜਿਹੀ ਪੁੱਟ ਕਰਨੀ ਹੈ ਤਾਂ ਕਿ ਵੈਲਿਊ ਪੁੱਟ ਕਰਕੇ ਮੇਰੇ ਕੋਲ ਬਾਹਰ 1.5 ਆ ਜਾਏ। ਬਾਹਰ ਕਿੰਨਾ ਆ ਜਾਏ 1.5। ਉਹ ਕਦੋਂ ਪੋਸੀਬਲ ਹੈ, ਸਿਰਫ ਉਦੋਂ ਜਦੋਂ ਇੱਥੇ ਰੇਜ਼ ਟੂ ਪਾਵਰ ਕਿੰਨਾ ਆਵੇ 1, ਕਿਉਂਕਿ ਜਦੋਂ ਰੇਜ਼ ਟੂ ਪਾਵਰ 1 ਹੋਊਗਾ ਤਾਂ ਬਾਹਰ ਵੀ 1.5 ਆਊਗਾ, ਬਾਕੀ ਸਭ ਕੁਝ ਤਾਂ ਸੇਮ ਹੀ ਹੈ। ਤਾਂ ਰੇਟ ਆਫ ਰਿਐਕਸ਼ਨ ਮੇਰੇ ਕੋਲ 1.5 ਟਾਈਮਸ ਹੋ ਜਾਊਗੀ, ਕਦੋਂ, ਜਦੋਂ x ਦੀ ਵੈਲਿਊ ਕਿੰਨੀ ਪੁੱਟ ਕੀਤੀ ਹੈ 1। ਸੋ 1 + 2 ਆਰਡਰ ਕਿੰਨਾ ਆ ਗਿਆ 3।
ਠੀਕ ਹੈ। ਬੜੇ ਸਿੰਪਲ ਤਰੀਕੇ ਨਾਲ ਤੁਸੀਂ ਇਸ ਮੈਥਡ ਨੂੰ ਯੂਜ਼ ਕਰਕੇ ਰਿਐਕਸ਼ਨ ਦਾ ਆਰਡਰ ਜੋ ਹੈ ਉਹ ਫਾਈਂਡ ਆਊਟ ਕਰ ਸਕਦੇ ਹੋ। ਠੀਕ ਹੈ, ਅਗਰ ਰੇਟ ਆਫ ਰਿਐਕਸ਼ਨ ਲਿਖਣੀ ਹੋਵੇ ਤਾਂ ਮੈਂ ਕਿਵੇਂ ਲਿਖਾਂਗਾ? ਹੁਣ ਰੇਟ ਆਫ ਰਿਐਕਸ਼ਨ ਵਿਲ ਬੀ ਇਕੁਅਲ ਟੂ K NH4 NO2 ਨੈਗੇਟਿਵ, NH4 ਦੀ ਪਾਵਰ ਕਿੰਨਾ ਆਏਗਾ 1, NO2 ਨੈਗੇਟਿਵ ਦੀ ਪਾਵਰ ਕਿੰਨਾ ਆਏਗਾ 2। ਤਾਂ ਰੇਟ ਆਫ ਰਿਐਕਸ਼ਨ ਬੜੀ ਸਿੰਪਲੀ ਤੁਹਾਡੇ ਕੋਲ ਆ ਗਈ। ਠੀਕ ਹੈ, ਤਾਂ ਇਸ ਤਰੀਕੇ ਨਾਲ ਕਾਫੀ ਕੁਐਸਚਨਸ ਜੋ ਹੈ ਡਾਟਾ ਨਾਲ ਰਿਲੇਟਡ ਤੁਹਾਡੇ ਕੋਲੇ ਜੇਈ ਦੇ ਵਿੱਚ ਐਗਜ਼ਾਮਸ ਦੇ ਵਿੱਚ ਬਹੁਤ ਸਾਰੇ ਆਏ ਹੋਏ ਆ। ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਲੈਂਥੀ ਆਪਾਂ ਨੂੰ ਮੱਥਾ ਮਾਰਨ ਦੀ ਜ਼ਰੂਰਤ ਨਹੀਂ ਹੈ, ਬੜੇ ਸਿੰਪਲ ਵੇ ਦੇ ਨਾਲ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਠੀਕ ਹੈ, ਥੋੜਾ ਜਿਹਾ ਕੈਲਕੂਲੇਸ਼ਨ ਬਸ ਕਰਨੀ ਹੈ ਕਿ ਕਿੱਥੇ ਡਾਟਾ ਚੇਂਜ ਹੋ ਰਿਹਾ, ਕਿੰਨੇ ਨਾਲ ਮਲਟੀਪਲਾਈ ਹੋ ਰਿਹਾ, ਕਿੰਨੇ ਨਾਲ ਡਿਵਾਈਡ ਹੋ ਰਿਹਾ, ਬਸ ਇੰਨਾ ਕੁ ਐਨਾਲਾਈਜ਼ ਕਰਨਾ ਹੈ ਤੇ ਤੁਹਾਡਾ ਆਰਡਰ ਫਾਈਂਡ ਆਊਟ ਹੋ ਜਾਏਗਾ। ਠੀਕ ਹੈ, ਹਾਂਜੀ। ਨੈਕਸਟ ਨਿਊਮੈਰੀਕਲ ਦੇਖੋ, ਬੜਾ ਹੀ ਸਿੰਪਲ ਨਿਊਮੈਰੀਕਲ ਹੈ। ਤਾਂ ਆਪਾਂ ਨੂੰ ਇੱਕ ਰਿਐਕਸ਼ਨ ਦਿੱਤੀ ਹੋਈ ਹੈ A + 2B to form C। ਇਸ ਦੇ ਵਿੱਚ ਡਾਟਾ ਨਹੀਂ ਦਿੱਤਾ ਹੋਇਆ, ਥਿਓਰੈਟਿਕਲੀ ਜੋ ਹੈ ਆਪਾਂ ਨੂੰ ਮਤਲਬ ਲਿਖਿਆ ਹੋਇਆਗਾ ਕਿ ਰੇਟ ਆਫ ਰਿਐਕਸ਼ਨ ਡਬਲ ਹੋ ਰਹੀ ਹੈ, ਕਨਸੈਂਟ੍ਰੇਸ਼ਨ ਡਬਲ ਹੋ ਰਹੀ ਹੈ। ਠੀਕ ਹੈ, ਜਿਵੇਂ ਆਪਾਂ ਡਾਟਾ ਨੂੰ ਐਨਾਲਾਈਜ਼ ਕਰਦੇ ਸੀ ਹੁਣ ਉਹ ਲਿਖਿਆ ਹੋਇਆ ਆ ਗਿਆ, ਬੜਾ ਸਿੰਪਲ ਹੋ ਗਿਆ ਕੰਮ। ਤਾਂ ਹੁਣ ਦੇਖੋ ਕਹਿੰਦਾ ਜਦੋਂ A ਦੀ ਕਨਸੈਂਟ੍ਰੇਸ਼ਨ ਡਬਲ ਕਰਦੇ ਆ ਤਾਂ ਕਹਿੰਦਾ ਰੇਟ ਆਫ ਰਿਐਕਸ਼ਨ ਡਬਲ ਹੋ ਜਾਂਦੀ ਹੈ। ਜਦੋਂ ਕਹਿੰਦਾ A ਤੇ B ਦੋਨਾਂ ਦੀ ਕਨਸੈਂਟ੍ਰੇਸ਼ਨ 4 ਟਾਈਮਸ ਕਰ ਦਿੰਦੇ ਆ ਤਾਂ ਕਹਿੰਦਾ ਰੇਟ ਆਫ ਰਿਐਕਸ਼ਨ 4 ਟਾਈਮਸ ਹੋ ਜਾਂਦੀ ਹੈ। ਆਰਡਰ ਫਾਈਂਡ ਆਊਟ ਕਰੋ ਕੀ ਆਏਗਾ। ਤਾਂ ਆਰਡਰ ਕਿਵੇਂ ਫਾਈਂਡ ਆਊਟ ਕਰਾਂਗੇ? ਰੇਟ ਆਫ ਰਿਐਕਸ਼ਨ ਵਿਲ ਬੀ ਇਕੁਅਲ ਟੂ K into concentration of A raised to power X B raised to power Y। ਠੀਕ ਹੈ, ਤਾਂ ਹੁਣ ਪਹਿਲਾ ਫਰਸਟ ਕੰਡੀਸ਼ਨ ਆਪਾਂ ਅਪਲਾਈ ਕਰਕੇ ਦੇਖਦੇ ਹਾਂ। ਜਦੋਂ A ਦੀ ਕਨਸੈਂਟ੍ਰੇਸ਼ਨ ਡਬਲ ਹੋ ਜਾਂਦੀ ਹੈ, ਮਤਲਬ B ਦਾ ਫੈਕਟਰ ਤਾਂ ਕਾਂਸਟੈਂਟ ਹੈ। ਠੀਕ ਹੈ, A ਦੀ ਕਨਸੈਂਟ੍ਰੇਸ਼ਨ ਡਬਲ ਕਰਤੀ, B ਨਾਲ ਕੋਈ ਫਰਕ ਨਹੀਂ ਪੈ ਰਿਹਾ ਕਹਿੰਦਾ। A ਦੀ ਕਨਸੈਂਟ੍ਰੇਸ਼ਨ ਅਗਰ ਡਬਲ ਕਰਤੀ ਤਾਂ ਰੇਟ ਆਫ ਰਿਐਕਸ਼ਨ ਵੀ ਡਬਲ ਹੋਗੀ। ਠੀਕ ਹੈ, ਤਾਂ ਹੁਣ ਰੇਟ ਆਫ ਰਿਐਕਸ਼ਨ ਵੀ ਡਬਲ ਹੋਗੀ ਤਾਂ ਤੁਸੀਂ ਕੀ ਕਰਨਾ ਹੈ? ਤੁਸੀਂ ਇੱਥੇ x ਦੀ ਵੈਲਿਊ ਕੁਝ ਇਸ ਤਰੀਕੇ ਨਾਲ ਪੁੱਟ ਕਰਨੀ ਹੈ ਤਾਂ ਕਿ ਬਾਹਰ ਡਬਲ ਆ ਜਾਏ, 2 ਆ ਜਾਏ, ਹੈ ਨਾ। ਤਾਂ ਰੇਟ ਆਫ ਰਿਐਕਸ਼ਨ ਡਬਲ ਹੋ ਜਾਊਗੀ। ਕੀ ਪੁੱਟ ਕਰੋਗੇ ਇੱਥੇ? x ਦੀ ਵੈਲਿਊ ਸਿੰਪਲ ਹੈ, x ਦੀ ਵੈਲਿਊ ਅਗਰ ਮੈਂ 1 ਪੁੱਟ ਕਰੂੰਗਾ ਤਾਂ 2 raised to power 1 ਬਾਹਰ ਆ ਜਾਊਗਾ। ਤਾਂ ਰੇਟ ਆਫ ਰਿਐਕਸ਼ਨ 'ਚ ਕਿੰਨਾ ਫਰਕ ਪੈ ਜਾਊਗਾ? 2 ਟਾਈਮਸ ਫਰਕ ਪੈ ਜਾਏਗਾ, ਮਤਲਬ ਰੇਟ ਆਫ ਰਿਐਕਸ਼ਨ ਡਬਲ ਹੋਗੀ। ਠੀਕ ਹੈ, ਸਿਰਫ ਕਦੋਂ ਪੋਸੀਬਲ ਹੈ? ਜਦੋਂ x ਦੀ ਵੈਲਿਊ ਕਦੋਂ ਪੁੱਟ ਕਰੋਗੇ 1। ਤਾਂ ਇਸ ਦਾ ਮਤਲਬ ਆਰਡਰ ਵਿਦ ਰਿਸਪੈਕਟ ਟੂ x ਜੋ ਹੈ that is equal to 1। ਠੀਕ ਹੈ, x ਦੀ ਵੈਲਿਊ 1 ਆ ਗਈ। ਅੱਛਾ, ਹੁਣ ਇਸੇ ਤਰੀਕੇ ਨਾਲ y ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਆਪਾਂ ਨੇ। ਹੁਣ y ਦੀ ਵੈਲਿਊ ਕਿਵੇਂ ਫਾਈਂਡ ਆਊਟ ਕਰੀਏ? y ਦੀ ਵੈਲਿਊ ਇਸ ਐਕਸਪੈਰੀਮੈਂਟ 'ਚ ਫਾਈਂਡ ਆਊਟ ਕਰਦੇ ਹਾਂ ਦੂਸਰੇ ਡਾਟਾ ਦੇ ਵਿੱਚੋਂ। ਤਾਂ A ਦਾ ਆਰਡਰ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਕਿ 1 ਹੈ। ਠੀਕ ਹੈ, ਹੁਣ B ਦਾ ਆਰਡਰ ਆਪਾਂ ਨੇ ਫਾਈਂਡ ਆਊਟ ਕਰਨਾ ਹੈ। ਕਿਵੇਂ ਕਰਾਂਗੇ? ਕਹਿੰਦਾ A ਤੇ B ਦੋਨਾਂ ਦੀ ਕਨਸੈਂਟ੍ਰੇਸ਼ਨ 4 ਟਾਈਮਸ ਵਧਾਤੀ, 4 ਟਾਈਮਸ ਇਨਕਰੀਜ਼ ਕੀਤੀ ਹੈ, ਮਤਲਬ 4A ਠੀਕ ਹੈ ਰੇਜ਼ ਟੂ ਪਾਵਰ 1, 4B ਰੇਜ਼ ਟੂ ਪਾਵਰ y। ਠੀਕ ਹੈ, A ਦਾ ਆਰਡਰ ਤਾਂ ਆਪਾਂ ਨੂੰ ਪਤਾ ਲੱਗ ਗਿਆ ਨਾ ਕਿ 1 ਹੈ। ਤਾਂ B ਦਾ ਆਰਡਰ ਫਾਈਂਡ ਆਊਟ ਕਰਨਾ ਹੈ, y ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਤਾਂ ਹੁਣ ਇਹ ਕੀ ਕਹਿੰਦਾ? ਜਦੋਂ A ਤੇ B ਦੋਨਾਂ ਦੀ ਕਨਸੈਂਟ੍ਰੇਸ਼ਨ 4 ਟਾਈਮਸ ਇਨਕਰੀਜ਼ ਕਰਦੀ ਹੈ, 4 ਟਾਈਮਸ ਇਨਕਰੀਜ਼ ਕਰਦੀ ਦੋਨਾਂ ਦੀ। ਠੀਕ ਹੈ, ਤੇ ਕਹਿੰਦਾ ਉਹਦਾ ਰੇਟ ਆਫ ਰਿਐਕਸ਼ਨ ਵੀ 4 ਟਾਈਮਸ ਇਨਕਰੀਜ਼ ਕਰ ਜਾਂਦੀ ਹੈ। ਕਿੰਨੇ ਟਾਈਮਸ ਇਨਕਰੀਜ਼ ਕਰ ਜਾਂਦੀ ਹੈ? 4 ਟਾਈਮਸ। ਹੁਣ ਦੇਖੋ 4 ਤਾਂ ਇੱਥੇ ਬਾਹਰ ਆ ਜਾਏਗਾ, 4 into 1, 4 into 1 ਤਾਂ ਇੱਥੇ ਬਾਹਰ ਆ ਗਿਆ। ਠੀਕ ਹੈ, ਤਾਂ ਹੁਣ ਇੱਥੇ y ਦੀ ਵੈਲਿਊ ਤੁਸੀਂ ਕੁਝ ਇਸ ਤਰੀਕੇ ਨਾਲ ਪੁੱਟ ਕਰਨੀ ਹੈ ਕਿ ਤੁਹਾਡੇ ਕੋਲ ਇਥੋਂ ਕੁਝ ਵੀ ਬਾਹਰ ਨਾ ਆਵੇ, ਕੁਝ ਵੀ ਮਲਟੀਪਲਾਈਂਗ ਫੈਕਟਰ ਬਾਹਰ ਨਾ ਆਵੇ। ਠੀਕ ਹੈ, ਕਿਉਂਕਿ ਅਗਰ ਤੁਸੀਂ ਇੱਥੇ y ਦੀ ਵੈਲਿਊ 1 ਵੀ ਪੁੱਟ ਕਰਤੀ ਤਾਂ 4 ਇਧਰੋਂ ਬਾਹਰ ਆ ਗਿਆ, 4 ਇਧਰੋਂ ਆ ਗਿਆ, ਤਾਂ ਫਿਰ ਤਾਂ 16 ਟਾਈਮਸ ਇਨਕਰੀਜ਼ ਕਰ ਜਾਏਗੀ। ਬਟ ਆਪਾਂ ਨੂੰ ਕੀ ਚਾਹੀਦਾ? ਆਪਾਂ ਨੂੰ ਸਿਰਫ 4 ਟਾਈਮਸ ਇਨਕਰੀਜ਼ ਚਾਹੀਦਾ, ਤੇ 4 ਟਾਈਮਸ ਤਾਂ ਇਹ ਤੋਂ ਹੀ ਬਾਹਰ ਆ ਗਿਆ। ਤਾਂ ਹੁਣ y ਦੀ ਵੈਲਿਊ ਹਜੇ ਕੀ ਪੁੱਟ ਕਰੋਗੇ? ਕੋਈ ਵੀ ਮਲਟੀਪਲਾਈਂਗ ਫੈਕਟਰ ਬਾਹਰ ਨਾ ਆਵੇ ਤਾਂ ਸਿੰਪਲ ਹੈ y ਦੀ ਵੈਲਿਊ 0 ਪੁੱਟ ਕਰ ਦੋ, ਕਿਉਂਕਿ 4 raised to power 0 ਹੋਇਆ। 4 raised to power 0 ਕਿੰਨਾ ਹੁੰਦਾ? 1। ਠੀਕ ਹੈ, ਇੱਥੋਂ 4 ਬਾਹਰ ਆ ਗਿਆ, ਇੱਥੋਂ 1 ਬਾਹਰ ਆ ਗਿਆ, 4 into 1 ਕਿੰਨਾ ਹੁੰਦਾ? 4। ਤਾਂ ਰੇਟ ਆਫ ਰਿਐਕਸ਼ਨ ਕਿੰਨੇ ਟਾਈਮਸ ਇਨਕਰੀਜ਼ ਕਰੇਗੀ? 4 ਟਾਈਮਸ ਇਨਕਰੀਜ਼ ਕਰੇਗੀ। ਕਦੋਂ? ਜਦੋਂ y ਦੀ ਵੈਲਿਊ ਕਿੰਨੀ ਪੁੱਟ ਕੀਤੀ ਹੈ ਤੁਸੀਂ? 0। ਤਾਂ ਹੁਣ A ਦੀ ਕਨਸੈਂਟ੍ਰੇਸ਼ਨ, A ਦੀ ਪਾਵਰ ਜੋ ਹੈ ਉਹ 1 ਆ ਗਈ, B ਦੀ ਪਾਵਰ ਜੋ ਹੈ ਉਹ 0 ਆ ਗਈ। ਤਾਂ ਓਵਰਆਲ ਆਰਡਰ ਕਿੰਨਾ ਆ ਜਾਏਗਾ? 1 + 0 that is equal to 1। ਠੀਕ ਹੈ, ਤਾਂ ਥੋੜਾ ਜਿਹਾ ਲੌਜੀਕਲੀ ਸੋਚ ਕੇ ਆਨਸਰ ਫਾਈਂਡ ਆਊਟ ਕਰਨਾ ਹੈ। ਠੀਕ ਹੈ।